ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਜਾਣਿਆ ਕਿ ਬਾਬੁਲ ਦਾ ਰਾਜ ਹੁਣ ਪਤਨ ਦੇ ਵੱਲ ਚੱਲ ਪਿਆ ਹੈ। ਰਾਜਾ ਨਬੂਕਦਨੇਸਰ ਹੁਣ ਮਰ ਚੁੱਕਾ ਹੈ। ਉਸ ਦੇ ਪੁੱਤਰ ਅਤੇ ਪੋਤਾ ਬੇਲਸ਼ੇਸ਼ਰ ਦਾ ਰਾਜ ਵੀ ਸਮਾਪਤ ਹੋ ਚੁੱਕਾ ਹੈ। ਹੁਣ ਰਾਜਾ ਦਾਰਾ ਪ੍ਰਗਟ ਹੁੰਦਾ ਹੈ ਜੋ ਆਪਣੇ ਰਾਜ ਪਾਠ ਨੂੰ ਚੰਗੀ ਤਰ੍ਹਾਂ ਚਲਾਉਣ ਅਤੇ ਨੁਕਸਾਨ ਤੋਂ ਬਚਣ ਦੇ ਲਈ ਦਾਨੀਏਲ ਨਬੀ ਨੂੰ ਆਪਣੇ ਰਾਜ ਦਾ ਮੋਹਰੀ ਬਣਾਉਂਦਾ ਹੈ। ਉਸ ਦੇ ਨਾਲ ਕੰਮ ਕਰਨ ਵਾਲੇ ਉਸ ਤੋਂ ਨਫ਼ਰਤ ਕਰਦੇ ਹਨ ਅਤੇ ਉਸ ਨੂੰ ਮਿਟਾ ਦੇਣਾ ਚਾਹੁੰਦੇ ਹਨ। ਉਹ ਧੋਖੇ ਨਾਲ ਰਾਜੇ ਤੋਂ ਇੱਕ ਆਦੇਸ਼ ਦੇ ਉੱਤੇ ਦਸਤਖਤ ਲੈ ਲੈਂਦੇ ਹਨ ਤਾਂ ਜੋ ਦਾਨੀਏਲ ਨੂੰ ਸਜ਼ਾ ਦਿਵਾ ਸਕਣ। ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਬਾਕੀ ਦੇ ਬਚੇ ਹੋਏ ਹਿੱਸੇ ਨੂੰ ਪੂਰਾ ਕਰਨ ਦੇ ਲਈ ਅੱਗੇ ਵਧਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਮੇਰੀਆਂ ਤਾਂ ਦਿਲੋਂ ਦਵਾਵਾਂ ਨੇ ਤੇਰਾ ਮੁਖ ਮਸੀਹ ਦੇ ਵੱਲੋਂ
ਇਸ ਬਾਰੇ ਇੱਕ ਹੋਰ ਵਿਆਖਿਆ ਹੈ ਜੋ ਦੱਸਦੀ ਹੈ ਕਿ ਮਾਦੀ ਅਤੇ ਫਾਰਸੀ ਦਾ ਰਾਜ ਬੇਬੀਲੋਨ ਦੇ ਰਾਜ ਤੋਂ ਨੀਵੇਂ ਸਤਰ 'ਚ ਸੀ। ਕੀ ਤੁਸੀਂ ਸੋਚ ਸਕਦੇ ਹੋ ਕਿ ਨਬੂਕਦਨੇਜ਼ਰ ਦੀ ਲਿਖਤ ਉਹ ਸੀ ਜਿਸ ਨੂੰ ਉਹ ਕਦੇ ਨਹੀਂ ਬਦਲਦਾ ਸੀ, ਜਿਸ ਦੀ ਉਹ ਹੱਤਿਆ ਕਰਨਾ ਚਾਹੁੰਦਾ ਸੀ ਕਰਦਾ ਸੀ ਅਤੇ ਜਿਸ ਨੂੰ ਚਾਹੁੰਦਾ ਸੀ ਜਿੰਦਾ ਰੱਖਣਾ ਸੀ। ਜੇ ਕਦੇ ਉਹ ਆਪਣਾ ਵਿਚਾਰ ਬਦਲਦਾ ਸੀ ਤਾਂ ਉਹ ਉਸ ਦੀ ਹੱਤਿਆ ਕਰਦਾ ਸੀ ਜਿਸ ਨੂੰ ਉਹ ਜਿੰਦਾ ਰੱਖਣਾ ਚਾਹੁੰਦਾ ਸੀ। ਕੁਝ ਇਸ ਤਰ੍ਹਾਂ ਹੀ ਸੀ। ਨੰਬਰ 3, ਦਾਨੀਏਲ ਦਾ ਆਪਣੇ ਪਰਮੇਸ਼ਰ ਦੇ ਪ੍ਰਤੀ ਦ੍ਰਿਸ਼ਟੀਕੋਣ। ਦਾਨੀਏਲ 6 ਅਧਿਆਇ 10 ਵਚਨ ਤੋਂ ਲੈ ਕੇ 15 ਵਚਨ ਤੱਕ ਅਸੀਂ ਵੇਖਿਆ ਹੈ ਕਿ ਰਾਜੇ ਨੇ ਆਦੇਸ਼ ਉੱਤੇ ਦਸਤਕ ਕਰ ਦਿੱਤੇ। ਝੂਠ ਅਤੇ ਚਲਾਕੀ ਨਾਲ ਉਸ ਨੂੰ ਧੋਖਾ ਦਿੱਤਾ ਗਿਆ ਹੈ ਅਤੇ ਉਸ ਤੇ ਦਸਤਕ ਕਰਾ ਲਏ ਗਏ ਹਨ ਜੋ ਉਹ ਕਰਨਾ ਨਹੀਂ ਚਾਹੁੰਦਾ ਸੀ। ਅਤੇ ਐਤ 10 ਵਿੱਚ ਅਸੀਂ ਦਾਨੀਏਲ ਦੀ ਤਸਵੀਰ ਨੂੰ ਦੁਬਾਰਾ ਫਿਰ ਵੇਖਦੇ ਹਾਂ। ਇਹ ਦੱਸਦੀ ਹੈ ਜਦ ਦਾਨੀਏਲ ਨਾਲ ਮਾਲੂਮ ਹੋਇਆ ਕਿ ਉਸ ਲਿਖਤ ਉੱਤੇ ਸਹੀ ਪੈ ਗਈ ਹੈ ਤਾਂ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੇ ਬਾਰੀ ਖੋਲ ਕੇ ਜਿਹੜੀ ਯਰੂਸ਼ਲਮ ਵੱਲ ਸੀ ਅਤੇ ਦਿਨ ਵਿੱਚ 3 ਵਾਰੀ ਗੋਡੇ ਨਿਵਾ ਕੇ ਪਰਮੇਸ਼ਰ ਦੇ ਸਾਹਮਣੇ ਜਿਵੇਂ ਅੱਗੇ ਪ੍ਰਾਰਥਨਾ ਕਰਦਾ ਬੇਨਤੀ ਕਰਦਾ ਉਸੇ ਤਰ੍ਹਾਂ ਹੀ ਉਸਨੇ ਸਿਰ ਨਿਵਾ ਕੇ ਪ੍ਰਾਰਥਨਾ ਔਰ ਬੇਨਤੀ ਕੀਤੀ। ਹੁਣ ਦਾਨੀਏਲ ਨੇ ਕੀ ਕੀਤਾ? ਜਦ ਉਸ ਨੂੰ ਪਤਾ ਲੱਗਾ ਕਿ ਆਦੇਸ਼ ਹੋ ਚੁੱਕਾ ਹੈ, ਉਸ ਨੇ ਕੁਝ ਨਾ ਕੀਤਾ ਸਿਵਾਏ ਉਸਦੇ ਕਿ ਜੋ ਉਹ ਕਰਦਾ ਆ ਰਿਹਾ ਸੀ। ਦਾਨੀਏਲ ਦਾਊਦ ਵਰਗਾ ਸੀ ਕਿਉਂ ਜੋ ਅਸੀਂ ਦਾਊਦ ਦੀ ਲਿਖਤ ਨੂੰ ਜ਼ਬੂਰਾਂ ਦੀ ਪੋਥੀ 55 ਅਧਿਆਇ 17 ਵਿੱਚ ਪੜ੍ਹਦੇ ਹਾਂ। ਸਾਂਝ ਸਵੇਰ ਅਤੇ ਦੁਪਹਿਰ ਨੂੰ ਮੈਂ ਸ਼ਿਕਾਇਤ ਕਰਾਂਗਾ ਅਤੇ ਮੈਂ ਹੂੰਗਾਂਗਾ ਅਤੇ ਉਹ ਮੇਰੀ ਆਵਾਜ਼ ਸੁਣੇਗਾ। ਇਸ ਤਰ੍ਹਾਂ ਦਾਊਦ ਅਤੇ ਦਾਨੀਏਲ ਦੋਵੇਂ ਹੀ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਸਨ। ਮਜ਼ੇਦਾਰ ਗੱਲ ਤਾਂ ਇਹ ਹੈ ਕਿ ਦਾਨੀਏਲ ਇਸ ਵੱਡੇ ਦਬਾਅ ਵਿੱਚ ਵੀ ਆਪਣੇ ਸੁਭਾਅ ਵਿੱਚ ਨਾ ਬਦਲਿਆ। ਉਸਨੇ ਉਹੀ ਕੀਤਾ ਜੋ ਉਹ ਕਰਦਾ ਚਲਾ ਆ ਰਿਹਾ ਸੀ। ਭੈਣੋ ਅਤੇ ਭਰਾਵੋ, ਪਰੇਸ਼ਾਨੀ ਅਤੇ ਦਬਾਅ ਪਰਮੇਸ਼ਰ ਦੇ ਜਨ ਨੂੰ ਛੂ ਨਹੀਂ ਸਕਦੇ। ਜ਼ਬੂਰਾਂ ਦੀ ਪੋਥੀ 16 ਅਧਿਆਇ 1 ਤੇ 2 ਵਚਨ ਇਸ ਤਰ੍ਹਾਂ ਦੱਸਦੇ ਹਨ। ਪਰਮੇਸ਼ਰ ਸਾਡੀ ਸ਼ਰਨ ਅਤੇ ਵੱਲ ਹੈ ਜੋ ਪਰੇਸ਼ਾਨੀ ਵਿੱਚ ਸਾਡੀ ਰੱਖਿਆ ਕਰਦਾ ਹੈ। ਇਸ ਲਈ ਅਸੀਂ ਨਹੀਂ ਡਰਾਂਗੇ, ਭਾਵੇਂ ਧਰਤੀ ਹਿੱਲ ਜਾਵੇ, ਭਾਵੇਂ ਪਹਾੜ ਸਮੁੰਦਰ ਵਿੱਚ ਸਮਾ ਜਾਣ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੀ ਹੁੰਦਾ ਹੈ, ਬਸ ਅੱਗੇ ਵਧਣਾ ਚਾਹੀਦਾ ਹੈ। ਕੁਝ ਬੁੱਧੀਜੀਵ ਵਿਸ਼ਵਾਸ ਕਰਦੇ ਹਨ ਕਿ ਦਾਨੀਏਲ ਦੇ ਘਰ ਦੇ ਉੱਤੇ ਇੱਕ ਪ੍ਰਾਰਥਨਾ ਘਰ ਸੀ ਜਿੱਥੇ ਰਾਤ ਵੇਲੇ ਉਹ ਉੱਪਰ ਜਾ ਕੇ ਪ੍ਰਾਰਥਨਾ ਕਰਦਾ ਸੀ ਅਤੇ ਉਸ ਪ੍ਰਾਰਥਨਾ ਘਰ ਵਿੱਚ ਇੱਕ ਖਿੜਕੀ ਜੋ ਯਰੂਸ਼ਲਮ ਵਾਲੇ ਪਾਸੇ ਸੀ ਅਤੇ ਉਹ ਹਮੇਸ਼ਾ ਖੁੱਲੀ ਰਹਿੰਦੀ ਸੀ। ਕੋਈ ਵੀ ਹੁਣ ਪੁੱਛ ਸਕਦਾ ਹੈ, ਜਗਤ ਵਿੱਚ ਯਰੂਸ਼ਲਮ ਵਾਲੇ ਪਾਸੇ ਮੂੰਹ ਕਰਕੇ ਪ੍ਰਾਰਥਨਾ ਕਿਉਂ ਕੀਤੀ ਜਾਂਦੀ ਹੈ? ਮੈਂ ਚਾਹੁੰਦਾ ਹਾਂ ਕਿ ਇਸ ਪ੍ਰਸ਼ਨ ਦਾ ਉੱਤਰ ਦੱਸਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਆਪਣੀ ਬਾਈਬਲ ਵਿੱਚ ਵੇਖੋ, ਇਸ ਲਈ ਕਿ ਤੁਸੀਂ ਮੇਰੇ ਨਾਲ ਪਹਿਲਾ ਰਾਜਾ ਵਿੱਚ ਚੱਲੋਗੇ ਤੇ ਪਹਿਲਾ ਰਾਜਾ 8 ਅਧਿਆਇ ਬਾਈਬਲ ਵਿੱਚ ਕਿਸੇ ਨੇ ਕੋਈ ਕੰਮ ਅਚਾਨਕ ਨਹੀਂ ਕੀਤਾ, ਹਮੇਸ਼ਾ ਹੀ ਇਸ ਦਾ ਕੋਈ ਕਾਰਨ ਹੁੰਦਾ ਹੈ। ਇਸ ਦਾ ਵੀ ਕੋਈ ਕਾਰਨ ਹੈ ਜੋ ਦਾਨੀਏਲ ਯਰੂਸ਼ਲਮ ਵਾਲੇ ਪਾਸੇ ਮੂੰਹ ਕਰਕੇ ਪ੍ਰਾਰਥਨਾ ਕਰਦਾ ਹੈ। ਇਸ ਦਾ ਕਾਰਨ ਸੁਲੇਮਾਨ ਦੀ ਪ੍ਰਾਰਥਨਾ ਵਿੱਚ ਮਿਲਦਾ ਹੈ ਜੋ ਪਹਿਲਾ ਰਾਜਾ ਅਧਿਆਇ 8 ਵਿੱਚ ਐਤ 46 ਤੇ 52 ਵਿੱਚ ਦਰਜ ਹੈ। ਆਓ ਅਸੀਂ ਉਸ ਦੀ ਪ੍ਰਾਰਥਨਾ ਲਈ ਐਤ 46 ਵਿੱਚ ਚਲੀਏ। ਜੇ ਉਹ ਪਾਪ ਕਰਨ, ਕਿਉਂ ਜੋ ਕੋਈ ਆਦਮੀ ਅਜਿਹਾ ਨਹੀਂ ਕਿ ਉਹ ਪਾਪ ਨਾ ਕਰਨ ਅਤੇ ਤੂੰ ਉਹਨਾਂ ਨਾਲ ਕ੍ਰੋਧਵਾਨ ਹੋਵੇ ਅਤੇ ਉਹਨਾਂ ਨੂੰ ਵੈਰੀ ਦੇ ਹੱਥ ਵਿੱਚ ਇਉਂ ਹੀ ਦੇ ਦੇਵੇਂ, ਭਾਈ ਉਹ ਉਹਨਾਂ ਨੂੰ ਬੰਧੂਏ ਬਣਾ ਕੇ ਵੈਰੀ ਦੇ ਦੇਸ਼ ਵਿੱਚ ਲੈ ਜਾਣ, ਭਾਵੇਂ ਦੂਰ ਭਾਵੇਂ ਨੇੜੇ, ਤਾਂ ਜੋ ਉਹ ਦੇਸ਼ ਵਿੱਚ ਜਿੱਥੇ ਉਹ ਬੰਧੂਏ ਬਣਾ ਕੇ ਉਪੜਾਏ ਗਏ ਹੋਣ ਆਪਣੇ ਮਨਾਂ ਵਿੱਚ ਧਿਆਨ ਕਰਨ ਅਤੇ ਪਛਤਾਉਣ ਅਤੇ ਆਪਣੇ ਬੰਧੂਆਂ ਬਣਾਉਣ ਵਾਲਿਆਂ ਦੇ ਦੇਸ਼ ਵਿੱਚ ਤੇਰੇ ਅੱਗੇ ਇਹ ਆ ਕੇ ਬੇਨਤੀ ਕਰਨ ਕਿ ਅਸਾਂ ਪਾਪ ਕੀਤਾ ਹੈ, ਅਸਾਂ ਬੁਰਾਈ ਕੀਤੀ ਹੈ ਅਤੇ ਅਸਾਂ ਬਦੀ ਵੀ ਕੀਤੀ ਹੈ ਅਤੇ ਇਉਂ ਆਪਣੇ ਵੈਰੀਆਂ ਦੇ ਦੇਸ਼ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਬੰਧੂਏ ਬਣਾਇਆ ਉਹ ਤੇਰੀ ਵੱਲ ਆਪਣੇ ਸਾਰੇ ਮਨ ਤੇ ਆਪਣੀ ਸਾਰੀ ਜਾਨ ਨਾਲ ਮੁੜਨ ਅਤੇ ਤੇਰੇ ਅੱਗੇ ਆਪਣੇ ਦੇਸ਼ ਵੱਲ ਬੇਨਤੀ ਕਰਨ ਜਿਹੜਾ ਤੈਂ ਉਹਨਾਂ ਦੇ ਪਿਓ ਦਾਦਿਆਂ ਨੂੰ ਦਿੱਤਾ ਅਤੇ ਇਸ ਸ਼ਹਿਰ ਵੱਲ ਜਿਨ੍ਹਾਂ ਨੂੰ ਤੂੰ ਚੁਣਿਆ ਤੇ ਇਸ ਭਵਨ ਵੱਲ ਜਿਹਨੂੰ ਮੈਂ ਤੇਰੇ ਨਾਮ ਲਈ ਬਣਾਇਆ। ਯਹੂਦੀਆਂ ਦਾ ਇਹ ਵਿਸ਼ਵਾਸ ਸੀ ਜਦ ਉਹ ਬੰਧੂਏ ਬਣਾ ਕੇ ਲਿਜਾਏ ਗਏ ਸੀ, ਉੱਥੇ ਉਹ ਆਪਣੇ ਦੇਸ਼ ਵੱਲ ਮੂੰਹ ਕਰਕੇ ਪ੍ਰਾਰਥਨਾ ਕਰਦੇ ਸੀ
ਕਿਉਂ ਜੋ ਉਹ ਵਿਸ਼ਵਾਸ ਕਰਦੇ ਸਨ ਕਿ ਪਰਮੇਸ਼ਰ ਨੇ ਉਹਨਾਂ ਨੂੰ ਯਰੂਸ਼ਲਮ ਦੇਸ਼ ਦੇਣ ਦਾ ਵਾਅਦਾ ਕੀਤਾ ਹੋਇਆ ਹੈ। ਇਸ ਲਈ ਉਹ ਇੱਕ ਦਿਨ ਉੱਥੇ ਵਾਪਸ ਜਾਣਗੇ। ਇਸ ਲਈ ਦਾਨੀਏਲ ਹਰ ਰੋਜ਼ ਸਵੇਰੇ, ਦੁਪਹਿਰੇ ਅਤੇ ਰਾਤ ਨੂੰ ਆਪਣੀ ਪ੍ਰਾਰਥਨਾ ਦੀ ਖਿੜਕੀ ਅੱਗੇ ਜੋ ਯਰੂਸ਼ਲਮ ਨੂੰ ਖੁੱਲਦੀ ਸੀ ਪ੍ਰਾਰਥਨਾ ਕਰਦਾ ਸੀ। ਇਸ ਲਈ ਦਾਨੀਏਲ ਨੇ ਆਦੇਸ਼ ਨਿਕਲਣ ਤੋਂ ਬਾਅਦ ਆਪਣੇ ਪ੍ਰਾਰਥਨਾ ਘਰ ਵਿੱਚ ਖਿੜਕੀ ਦੇ ਸਾਹਮਣੇ ਬੈਠ ਕੇ ਪ੍ਰਾਰਥਨਾ ਕੀਤੀ। ਐਤ 11 ਤੇ 14 ਦੱਸਦੀ ਹੈ ਕਿ ਉਹ ਉਸ ਦੇ ਘਰ ਦੇ ਦੁਆਲੇ ਇਕੱਠੇ ਹੋ ਕੇ ਉਸ ਦੀ ਪ੍ਰਾਰਥਨਾ ਨੂੰ ਸੁਣ ਰਹੇ ਸਨ। ਤਾਂ ਇਹ ਲੋਕ ਇਕੱਠੇ ਹੋਏ ਅਤੇ ਦਾਨੀਏਲ ਨੂੰ ਆਪਣੇ ਪਰਮੇਸ਼ਰ ਦੇ ਸਾਹਮਣੇ ਬੇਨਤੀਆਂ ਅਤੇ ਤਰਲੇ ਕਰਦੇ ਪਾਇਆ। ਫਿਰ ਉਹ ਨੇੜੇ ਆਏ ਅਤੇ ਰਾਜੇ ਦੇ ਸਾਹਮਣੇ ਰਾਜੇ ਦੇ ਪੱਕੇ ਕਾਨੂੰਨ ਲਈ ਆਖਿਆ, ਭਾਈ ਹੇ ਰਾਜਨ, ਕੀ ਤੁਸੀਂ ਉਸ ਵਿਧੀ ਉੱਤੇ ਸਹੀ ਨਹੀਂ ਪਾਈ ਜਿਹੜਾ ਕੋਈ 30 ਦਿਨਾਂ ਤੱਕ ਤੁਹਾਤੋਂ ਬਾਅਦ ਕਿਸੇ ਦਿਉਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ। ਰਾਜੇ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਸੱਚ ਹੈ। ਮਾਦੀਆਂ ਅਤੇ ਫਾਰਸੀਆਂ ਦੇ ਕਾਨੂੰਨ ਦੇ ਅਨੁਸਾਰ ਜੋ ਬਦਲਿਆ ਨਹੀਂ। ਉਹਨਾਂ ਨੇ ਉੱਤਰ ਦਿੱਤਾ ਅਤੇ ਰਾਜੇ ਦੇ ਅੱਗੇ ਬੇਨਤੀ ਕੀਤੀ, ਭਾਈ ਹੇ ਰਾਜਨ, ਉਹ ਦਾਨੀਏਲ ਜੋ ਯਹੂਦੀਆਂ ਦੇ ਅਸੀਰਾਂ ਵਿੱਚੋਂ ਹੈ, ਉਹ ਤੁਹਾਨੂੰ ਨਹੀਂ ਮੰਨਦਾ ਤੇ ਨਾ ਹੀ ਉਸ ਕਾਨੂੰਨ ਨੂੰ ਜਿਹਦੇ ਉੱਤੇ ਤੁਸਾਂ ਸ਼ਾਹੀ ਪਾਈ ਹੈ, ਪਰ ਹਰ ਰੋਜ਼ 3 ਵਾਰੀ ਪ੍ਰਾਰਥਨਾ ਕਰਦਾ ਹੈ। ਅਤੇ ਉਹਨਾਂ ਨੇ ਜੋ ਜਾਲ ਸੁੱਟਿਆ ਸੀ ਉਸ ਵਿੱਚ ਦਾਨੀਏਲ ਫਸ ਗਿਆ ਅਤੇ ਰਾਜਾ ਵੀ ਫਸ ਗਿਆ ਅਤੇ ਹੁਣ ਕੁਝ ਵੀ ਨਹੀਂ ਹੋ ਸਕਦਾ ਸੀ। ਹੁਣ ਅਸੀਂ ਇਸ ਕਹਾਣੀ ਨੂੰ ਖਤਮ ਕਰਨ ਜਾ ਰਹੇ ਹਾਂ, ਪਰ ਇਸ ਸੰਦੇਸ਼ ਨੂੰ ਹੁਣੇ ਨਹੀਂ ਖਤਮ ਕਰ ਰਹੇ। ਅਸੀਂ ਇਸ ਪਰਮੇਸ਼ਰ ਦੇ ਜਨ ਦੇ ਹੌਸਲੇ ਨੂੰ ਵੇਖਾਂਗੇ ਜੋ ਜਾਣਦਾ ਹੈ ਕਿ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ, ਉਸ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ ਜਾਵੇਗਾ। ਮੈਂ ਪਹਿਲਾਂ ਵੀ ਇੱਕ ਮੌਕੇ ਤੇ ਇੱਕ ਮਹਾਨ ਚਰਚ ਫਾਦਰ ਪੋਲੀਕਾਰਪ ਦੇ ਬਾਰੇ ਦੱਸ ਚੁੱਕਾ ਹਾਂ, ਜਿਸ ਦਾ ਜੀਵਨ ਦਾਨੀਏਲ ਦੇ ਜੀਵਨ ਦੀ ਤਰ੍ਹਾਂ ਹੀ ਸੀ। ਆਓ ਮੈਂ ਤੁਹਾਨੂੰ ਉਸ ਦੀ ਮਹਾਨ ਕਹਾਣੀ ਦੇ ਬਾਰੇ ਕੁਝ ਦੱਸਾਂ। ਪੋਲੀਕਾਰਪ ਇੱਕ ਬਜ਼ੁਰਗ ਮਨੁੱਖ ਸੀ ਜੋ ਸਮਰਪਣ ਏਸ਼ੀਆ ਮਾਈਨਰ ਵਿੱਚ ਇੱਕ ਚਰਚ ਦਾ ਫਾਦਰ ਸੀ। ਉਸ ਸਮੇਂ ਦੇ ਲੋਕ ਨਾਸਤਿਕ ਲੋਕਾਂ ਨੂੰ ਖੂੰਖਾਰ ਜਾਨਵਰਾਂ ਦੇ ਅੱਗੇ ਸੁੱਟ ਕੇ ਨਾਸ਼ ਕਰ ਦਿੰਦੇ ਸਨ। ਮਜ਼ੇਦਾਰ ਗੱਲ ਤਾਂ ਇਹ ਹੈ ਕਿ ਉਸ ਸਮੇਂ ਦੇ ਲੋਕ ਮਸੀਹਾਂ ਨੂੰ ਨਾਸਤਿਕ ਸਮਝਦੇ ਸਨ, ਕਿਉਂ ਜੋ ਮਸੀਹ ਦੇਵਤਾ ਤੇ ਵਿਸ਼ਵਾਸ ਨਹੀਂ ਕਰਦੇ ਸਨ। ਪੋਲੀਕਾਰਪ ਦੇ ਦੋਸਤਾਂ ਨੇ ਉਸ ਨੂੰ ਇਹ ਸਲਾਹ ਦਿੱਤੀ ਕਿ ਉਹ ਇਹ ਸ਼ਹਿਰ ਛੱਡ ਦੇਵੇ ਅਤੇ ਉਸ ਨੇ ਕੁਝ ਸਮੇਂ ਲਈ ਸ਼ਹਿਰ ਛੱਡ ਦਿੱਤਾ। ਉਸ ਨੇ ਆਪਣਾ ਸਮੇਂ ਪ੍ਰਾਰਥਨਾ ਵਿੱਚ ਬਿਤਾਇਆ। ਜਦ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਨੇ ਇੱਕ ਦਰਸ਼ਨ ਵੇਖਿਆ। ਦਰਸ਼ਨ ਵਿੱਚ ਉਸ ਨੇ ਵੇਖਿਆ ਕਿ ਉਸ ਦੇ ਸਿਰ ਦੇ ਥੱਲੇ ਜੋ ਸਿਰਹਾਣਾ ਹੈ ਉਹ ਅੱਗ ਵਿੱਚ ਹੈ। ਉਹ ਸਮਝ ਗਿਆ ਕਿ ਇਹ ਉਸ ਦੀ ਮੌਤ ਨੂੰ ਦਰਸਾ ਰਿਹਾ ਹੈ ਅਤੇ ਉਸ ਨੇ ਆਪਣੇ ਦੋਸਤਾਂ ਨੂੰ ਆਖਿਆ, ਮੈਂ ਜਿੰਦਾ ਹੀ ਸੜਨ ਜਾ ਰਿਹਾ ਹਾਂ। ਉਹ ਉੱਥੋਂ ਨੱਸ ਕੇ ਦੂਰ ਜਾ ਸਕਦਾ ਸੀ, ਪਰ ਉਸ ਨੇ ਕਿਹਾ, ਪਰਮੇਸ਼ਰ ਦੀ ਇੱਛਾ ਪੂਰੀ ਹੋਵੇ। ਇੱਕ ਵਾਰ ਉਹ ਪ੍ਰਾਰਥਨਾ ਕਰ ਰਿਹਾ ਸੀ ਅਤੇ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਸ਼ਹਿਰ ਵਿੱਚ ਲੈ ਆਏ। ਫੜਨ ਵਾਲਿਆਂ ਵਿੱਚੋਂ ਇੱਕ ਨੇ ਆਖਿਆ, ਇਸ ਨਾਲ ਕੀ ਫਰਕ ਪੈਂਦਾ ਹੈ ਜੇ ਤੂੰ ਇਹ ਆਖ ਦਵੇਂ, ਪ੍ਰਭੂ ਸੀਜ਼ਰ ਆਪਣਾ ਬਚਾਓ ਕਰ ਲੈ। ਪਰ ਉਸ ਨੇ ਇਹ ਗੱਲ ਮਨਜ਼ੂਰ ਨਾ ਕੀਤੀ ਅਤੇ ਉਸ ਨੂੰ ਇੱਕ ਸਟੇਡੀਅਮ ਵਿੱਚ ਲਿਆਂਦਾ ਗਿਆ, ਜਿੱਥੇ ਇੱਕ ਵੱਡੀ ਭੀੜ ਉਸ ਦੀ ਮੌਤ ਨੂੰ ਵੇਖਣ ਦਾ ਇੰਤਜ਼ਾਰ ਕਰ ਰਹੀ ਸੀ। ਇੱਕ ਨਿਆਈ ਨੇ ਉਸ ਨੂੰ ਆਖਿਆ, ਪੋਲੀਕਾਰਪ, ਅਸੀਂ ਤੇਰੀ ਬਜ਼ੁਰਗੀ ਦਾ ਸਨਮਾਨ ਕਰਦੇ ਹਾਂ। ਤੂੰ ਪਛਤਾਪ ਕਰ ਅਤੇ ਆਖਦੇ ਮੈਂ ਨਾਸਤਿਕ ਤੋਂ ਦੂਰ ਰਹਾਂਗਾ, ਮਤਲਬ ਮਸੀਹਾਂ ਤੋਂ। ਉਸ ਨੇ ਚਾਰੇ ਪਾਸੇ ਇਕੱਠੀ ਹੋਈ ਭੀੜ ਵੱਲ ਵੇਖਿਆ ਅਤੇ ਹੱਥ ਚੁੱਕ ਕੇ ਆਖਿਆ, ਇਹਨਾਂ ਨਾਸਤਿਕਾਂ ਤੋਂ ਦੂਰ ਅਤੇ ਮਸੀਹਾਂ ਵੱਲ ਨਜ਼ਰ ਕੀਤੀ। ਅੰਤ ਵਿੱਚ ਗਵਰਨਰ ਨੇ ਪੋਲੀਕਾਰਪ ਨੂੰ ਆਖਿਆ, ਕਸਮ ਨਾਲ ਮੈਂ ਤੈਨੂੰ ਆਜ਼ਾਦ ਕਰ ਦੇਵਾਂਗਾ, ਮਸੀਹ ਦਾ ਤਿਰਸਕਾਰ ਕਰ ਦੇ। ਪੋਲੀਕਾਰਪ ਨੇ ਜੋ ਜਵਾਬ ਦਿੱਤਾ ਉਸ ਦੇ ਕਾਰਨ ਉਸ ਦਾ ਨਾਮ ਅੱਜ ਤੱਕ ਪ੍ਰਸਿੱਧ ਹੈ। ਇਸ ਨੂੰ ਹਰ ਇੱਕ ਇਤਿਹਾਸਕਾਰ ਜਾਣਦਾ ਹੈ। ਉਸ ਨੇ ਆਖਿਆ, 86 ਸਾਲ ਤੱਕ ਜਿਸ ਦੀ ਮੈਂ ਸੇਵਾ ਕੀਤੀ ਅਤੇ ਉਸ ਨੇ ਮੇਰਾ ਕਦੇ ਕੋਈ ਨੁਕਸਾਨ ਨਹੀਂ ਕੀਤਾ, ਤਾਂ ਕਿਸ ਤਰ੍ਹਾਂ ਮੈਂ ਆਪਣੇ ਰਾਜਾ ਦਾ ਇਨਕਾਰ ਕਰਾਂ ਜੋ ਮੇਰਾ ਉਧਾਰ ਕਰਤਾ ਹੈ। ਤਦ ਉਹਨਾਂ ਨੇ ਉਸ ਨੂੰ ਡਰਾਉਣ ਲਈ ਆਖਿਆ ਕਿ ਉਸ ਨੂੰ ਖੂੰਖਾਰ ਜਾਨਵਰਾਂ ਦੇ ਅੱਗੇ ਸੁੱਟ ਦਿੱਤਾ ਜਾਵੇਗਾ, ਪਰ ਉਸ ਨੇ ਕਿਸੇ ਤਰ੍ਹਾਂ ਦਾ ਡਰ ਮਹਿਸੂਸ ਨਹੀਂ ਕੀਤਾ। ਫਿਰ ਉਹਨਾਂ ਨੇ ਆਖਿਆ, ਅਸੀਂ ਤੈਨੂੰ ਜਿੰਦਾ ਜਲਾ ਦੇਵਾਂਗੇ। ਉਸ ਨੇ ਉਹਨਾਂ ਨੂੰ ਆਖਿਆ, ਉਹ ਅੱਗ ਤਾਂ 1 ਘੰਟਾ ਹੀ ਜਲੇਗੀ,
ਪਰ ਜਿਸ ਅੱਗ ਵਿੱਚ ਉਹ ਜਲਣ ਜਾ ਰਹੇ ਹਨ, ਉਹ ਹਮੇਸ਼ਾ ਹੀ ਜਲਦੀ ਰਹੇਗੀ। ਉਸ ਦੀ ਮੌਤ ਦੇ ਬਾਰੇ ਕਈ ਫਾਦਰ ਆਖਦੇ ਹਨ ਕਿ ਜਿਹੜੀ ਅੱਗ ਉਹਨਾਂ ਨੇ ਉਸ ਵਾਸਤੇ ਲਗਾਈ, ਉਹ ਉਸ ਨੂੰ ਸਾੜ ਨਾ ਸਕੀ। ਮੈਂ ਨਹੀਂ ਜਾਣਦਾ ਕਿ ਇਹ ਸੱਚ ਹੈ, ਪਰ ਫਾਦਰ ਇਸ ਤਰ੍ਹਾਂ ਹੀ ਆਖਦੇ ਹਨ। ਉਹ ਬਜ਼ੁਰਗ ਮਨੁੱਖ ਇੰਨਾ ਕਠੋਰ ਹੋ ਗਿਆ ਸੀ ਕਿ ਅੱਗ ਉਸ ਨੂੰ ਸਾੜ ਨਾ ਸਕੀ। ਅੰਤ ਵਿੱਚ ਇੱਕ ਨੇ ਉਸ ਨੂੰ ਛੁਰਾ ਮਾਰ ਕੇ ਮਾਰ ਸਿੱਟਿਆ। ਉਹ ਦਾਨੀਏਲ ਸੀ ਜੋ ਇਸ ਅਤਿਆਚਾਰ ਵਿੱਚ ਨਾ ਘਬਰਾਇਆ। ਤੁਸੀਂ ਪੁੱਛ ਸਕਦੇ ਹੋ, ਪਾਸਟਰ ਜਰਮੀਆ, ਇਹ ਦਾਨੀਏਲ ਜਿਸ ਵਿੱਚ ਉਹ ਕੋਈ ਕਮੀ ਨਾ ਲੱਭ ਸਕੇ, ਕਿਉਂ ਜੋ ਉਸ ਦਾ ਹਰੇਕ ਲੇਖਾ ਠੀਕ ਸੀ, ਅਤੇ ਤੁਸੀਂ ਆਖਦੇ ਹੋ ਕਿ ਸਾਨੂੰ ਉਸ ਵਰਗਾ ਹੋਣਾ ਚਾਹੀਦਾ ਹੈ, ਕਿਉਂ? ਇਸ ਲਈ ਮੈਂ ਤੁਹਾਨੂੰ ਇੱਕ ਆਸਾਨ ਪ੍ਰਸ਼ਨ ਪੁੱਛਦਾ ਹਾਂ ਅਤੇ ਫਿਰ ਬੰਦ ਕਰਦਾ ਹਾਂ, ਅਤੇ ਉਹ ਪ੍ਰਸ਼ਨ ਇਹ ਹੈ, ਜੋ ਕੁਝ ਅਸੀਂ ਉਸ ਦੇ ਬਾਰੇ ਹੁਣੇ ਹੀ ਪੜ੍ਹਿਆ ਹੈ, ਉਸ ਦੀ ਮਹਾਨਤਾ ਦਾ ਕੀ ਮੂਲ ਆਧਾਰ ਸੀ? ਉਹ ਇਸ ਤਰ੍ਹਾਂ ਦਾ ਕਿਉਂ ਸੀ ਜੋ ਉਹ ਸੀ? ਮੈਂ ਚਾਹੁੰਦਾ ਹਾਂ ਤੁਹਾਨੂੰ ਇਸ ਦੇ ਬਾਰੇ 4 ਕਾਰਨ ਦੱਸਾਂ। ਭਾਗ ਊੜਾ। ਉਹ ਆਪਣੇ ਦ੍ਰਿਸ਼ਟੀਕੋਣ ਦੇ ਪ੍ਰਤੀ ਯੋਗਤਾ ਰੱਖਦਾ ਸੀ। ਸਭ ਤੋਂ ਪਹਿਲਾਂ ਉਹ ਆਪਣੇ ਦ੍ਰਿਸ਼ਟੀਕੋਣ ਵਿੱਚ ਦ੍ਰਿੜ ਸੀ। ਸ਼ਾਸਤਰ ਦੱਸਦਾ ਹੈ ਕਿ ਉਸ ਦੇ ਕੋਲ ਚੰਗਾ ਆਤਮਾ ਸੀ। ਰਾਣੀ ਮਾਂ ਨੇ ਵੀ ਉਸ ਦੇ ਬਾਰੇ ਇਸ ਤਰ੍ਹਾਂ ਆਖਿਆ ਸੀ। 5ਵੇਂ ਅਧਿਆਏ ਵਿੱਚ ਉਹ ਬਲੇਸ਼ਰ ਨੂੰ ਦਾਨੀਏਲ ਦੇ ਬਾਰੇ ਉਸ ਦੀ ਵਿਸ਼ੇਸ਼ਤਾ ਦੱਸਦੀ ਹੈ। ਉਹ ਦੱਸਦੀ ਹੈ, ਤੂੰ ਜਾਣਦਾ ਹੈ, ਤੈਨੂੰ ਜ਼ਰੂਰਤ ਹੈ ਕਿ ਤੂੰ ਦਾਨੀਏਲ ਦੇ ਬਾਰੇ ਜਾਣੇ। ਉਸ ਕੋਲ ਚੰਗਾ ਆਤਮਾ ਹੈ, ਉਸ ਕੋਲ ਗਿਆਨ ਅਤੇ ਸਮਝ ਹੈ। ਕੀ ਤੁਸੀਂ ਸਮਝੇ? ਅੱਛਾ ਗਿਆਨ ਅਤੇ ਸਮਝ ਮਸੀਹੀ ਜੀਵਨ ਵਿੱਚ ਸਾਨੂੰ ਅੱਗੇ ਲੈ ਜਾਂਦੇ ਹਨ। ਇੱਕ ਵਾਰ ਕਿਸੇ ਨੇ ਮੈਨੂੰ ਕਿਹਾ ਸੀ ਕਿ ਤੁਹਾਡੀ ਮਨੋਵਿਰਤੀ ਹੀ ਤੁਹਾਨੂੰ ਉਸ ਉਚਾਈ ਤੱਕ ਲੈ ਜਾਂਦੀ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਅੱਜ ਬਹੁਤ ਸਾਰੇ ਮਸੀਹ ਹਨ ਜਿਨ੍ਹਾਂ ਦੀ ਮਨੋਵਿਰਤੀ ਬੁਰੀ ਹੈ। ਉਹ ਬੁੜਬੁੜਾਉਂਦੇ ਹਨ, ਉਹ ਦੋਸ਼ ਲਗਾਉਂਦੇ ਹਨ। ਮੈਂ ਉਹਨਾਂ ਦੇ ਨੇੜੇ ਬੈਠਣਾ ਵੀ ਪਸੰਦ ਨਹੀਂ ਕਰਦਾ ਜੋ ਆਪਣੇ ਦ੍ਰਿਸ਼ਟੀਕੋਣ ਵਿੱਚ ਦ੍ਰਿੜ ਹਨ। ਭਾਗ ਐੜਾ। ਉਹ ਆਪਣੇ ਕੰਮ-ਕਾਜ ਦੇ ਪ੍ਰਤੀ ਯੋਗਤਾ ਰੱਖਦਾ ਸੀ। ਦੂਜੀ ਚੀਜ਼ ਵੱਲ ਧਿਆਨ ਦੇਵੋ। ਉਹ ਆਪਣੇ ਕੰਮ-ਕਾਜ ਦੇ ਪ੍ਰਤੀ ਦ੍ਰਿੜ ਸੀ। ਜਦ ਰਾਜੇ ਨੇ ਉਸ ਨੂੰ ਆਪਣੇ ਰਾਜ ਦਾ ਮੁਖਤਿਆਰ ਬਣਾਉਣ ਦਾ ਫੈਸਲਾ ਕੀਤਾ ਤਾਂ ਉਸ ਨੇ ਆਖਿਆ ਸੀ, ਇਹ ਮਨੁੱਖ ਵਫਾਦਾਰ ਹੈ। ਉਸ ਨੇ ਆਪਣੇ ਅਹੁਦੇ ਨੂੰ ਗੰਭੀਰਤਾ ਨਾਲ ਲਿਆ ਅਤੇ ਠੀਕ ਸਮੇਂ ਤੇ ਠੀਕ ਜਗ੍ਹਾ ਖਲੋਤਾ। ਉਸ ਨੂੰ ਪਰਮੇਸ਼ਰ ਹੀ ਇਸਤੇਮਾਲ ਕਰ ਰਿਹਾ ਸੀ, ਕਿਉਂ ਜੋ ਉਹ ਵਿਸ਼ਵਾਸ ਪਾਤਰ ਅਤੇ ਵਫਾਦਾਰ ਸੀ। ਕਹੌਤਾਂ ਦੀ ਕਿਤਾਬ ਅਧਿਆਏ 20 6 ਤੇ 7 ਵਚਨ ਦੱਸਦਾ ਹੈ, ਬਹੁਤੇ ਆਦਮੀ ਆਪਣੀ ਆਪਣੀ ਦਇਆ ਦੀ ਡੌਂਡੀ ਪਿੱਟਦੇ ਹਨ, ਪਰ ਵਫਾਦਾਰ ਮਨੁੱਖ ਕਿਸ ਨੂੰ ਮਿਲ ਸਕਦਾ ਹੈ? ਧਰਮੀ ਜਿਹੜਾ ਸੱਚਾਈ ਨਾਲ ਚੱਲਦਾ ਹੈ, ਉਹਦੇ ਮਗਰੋਂ ਉਹਦੇ ਪੁੱਤਰ ਧਨ ਹੁੰਦੇ ਹਨ। ਤੁਸੀਂ ਵੇਖਦੇ ਹੋ, ਦਾਨੀਏਲ ਦੇ ਬਾਰੇ ਇਹ ਸੀ ਕਿ ਉਹ ਇੱਕ ਵਿਸ਼ਵਾਸਯੋਗ ਸੀ। ਤੁਸੀਂ ਉਸ ਤੇ ਵਿਸ਼ਵਾਸ ਕਰ ਸਕਦੇ ਸੀ। ਅੱਜ ਜ਼ਰੂਰਤ ਹੈ ਕਿ ਅਸੀਂ ਵੀ ਉਸ ਵਰਗੇ ਬਣ ਸਕੀਏ। ਸਾਨੂੰ ਇਸ ਦੀ ਕਲੀਸਿਆ ਵਿੱਚ ਜ਼ਰੂਰਤ ਹੈ। ਸਾਨੂੰ ਕਲੀਸਿਆ ਵਿੱਚ ਐਸੇ ਲੋਕਾਂ ਦੀ ਜ਼ਰੂਰਤ ਹੈ ਜਿਨ੍ਹਾਂ ਦੀ ਮਨੋਵਿਰਤੀ ਠੀਕ ਹੋਵੇ। ਭਾਗ ਈੜੀ। ਉਹ ਆਪਣੀ ਪਵਿੱਤਰਤਾਈ ਵਿੱਚ ਦ੍ਰਿੜ ਸੀ। ਮੈਂ ਚਾਹੁੰਦਾ ਹਾਂ ਹੁਣ ਤੁਸੀਂ ਤੀਜੀ ਚੀਜ਼ ਵੱਲ ਵੇਖੋ। ਦਾਨੀਏਲ ਸਿਰਫ ਆਪਣੇ ਦ੍ਰਿਸ਼ਟੀਕੋਣ ਅਤੇ ਆਪਣੇ ਕੰਮਕਾਜ ਦੇ ਪ੍ਰਤੀ ਹੀ ਦ੍ਰਿੜ ਨਹੀਂ ਸੀ, ਉਹ ਆਪਣੀ ਪਵਿੱਤਰਤਾਈ ਦੇ ਪ੍ਰਤੀ ਵੀ ਦ੍ਰਿੜ ਸੀ। ਸ਼ਾਸਤਰ ਵਿੱਚ ਅਧਿਆਏ 6:4 ਵਚਨ ਵਿੱਚ ਦੱਸਿਆ ਗਿਆ ਹੈ, ਦਾਨੀਏਲ ਉੱਤੇ ਦੋਸ਼ ਲਗਾਉਣ ਲਈ ਉਹਨਾਂ ਨੂੰ ਕੋਈ ਦੋਸ਼ ਜਾਂ ਖੋਟ ਨਾ ਲੱਭਾ, ਕਿਉਂ ਜੋ ਉਹ ਵਫਾਦਾਰ ਸੀ। ਇਸ ਦਾ ਅਰਥ ਹੈ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ। ਦੂਜੀ ਚੀਜ਼ ਇਹ ਹੈ ਕਿ ਉਸ ਨੇ ਕੋਈ ਤਰੁੱਟੀ ਨਹੀਂ ਕੀਤੀ ਸੀ। ਇਸ ਦਾ ਅਰਥ ਹੈ ਕਿ ਉਸ ਨੇ ਕੰਮ ਦੇ ਪ੍ਰਤੀ ਕੋਈ ਲਾਪਰਵਾਹੀ ਨਹੀਂ ਵਰਤੀ। ਉਹਨਾਂ ਨੇ ਉਸ ਦੇ ਜੀਵਨ ਦੀ ਹਰ ਚੀਜ਼ ਉੱਤੇ ਨਿਗਾਹ ਪਾਈ, ਪਰ ਉਹ ਉਸ ਦੇ ਖਿਲਾਫ ਕੁਝ ਨਾ ਲੱਭ ਸਕੇ। ਉਹਨਾਂ ਨੇ ਉਸ ਦੇ ਹਰੇਕ ਕੰਮ ਉੱਤੇ ਨਜ਼ਰ ਦੌੜਾਈ, ਪਰ ਸਭ ਕੁਝ ਠੀਕ ਠਾਕ ਪਾਇਆ। ਉਹ ਆਪਣੀ ਪਵਿੱਤਰਤਾਈ ਦੇ ਪ੍ਰਤੀ ਦ੍ਰਿੜ ਸੀ। ਤੁਸੀਂ ਜਾਣਦੇ ਹੋ, ਇੱਕ ਦਿਨ ਕੁਝ ਲੋਕ ਚਾਰਲਸ ਹੈਂਡਨ ਸਪਿਰਜਨ ਨੂੰ ਮਿਲਣ ਲਈ ਆਏ। ਉਹ ਉਸ ਨੂੰ ਬਲੈਕਮੇਲ ਕਰਨਾ ਚਾਹੁੰਦੇ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਹੈ। ਇਹਨਾਂ ਲੋਕਾਂ ਨੇ ਉਸ ਦੇ ਆਫਿਸ ਵਿੱਚ ਆ ਕੇ ਉਸ ਨੂੰ ਧਮਕੀ ਦਿੱਤੀ ਤਾਂ ਕਿ ਉਸ ਨੂੰ ਬਲੈਕਮੇਲ ਕਰ ਸਕਣ। ਉਹਨਾਂ ਨੇ ਉਸ ਨੂੰ ਆਖਿਆ, ਜੇ ਤੂੰ ਸਾਡੀ ਮੰਗ ਪੂਰੀ ਨਹੀਂ ਕਰੇਗਾ ਤਾਂ ਅਸੀਂ ਅਖਬਾਰ ਵਿੱਚ ਉਹ ਚੀਜ਼ਾਂ ਛਾਪਾਂਗੇ ਜੋ ਤੇਰੀ ਪ੍ਰਸਿੱਧੀ ਨੂੰ ਹਾਨੀ ਪਹੁੰਚਾਉਣਗੀਆਂ। ਤੁਸੀਂ ਜਾਣਦੇ ਹੋ ਉਸ ਨੇ ਕੀ ਆਖਿਆ?
ਮੈਂ ਇਸ ਨੂੰ ਪਸੰਦ ਕਰਦਾ ਹਾਂ। ਉਸਨੇ ਆਖਿਆ, ਸਵਰਗ ਦੇ ਹੇਠਾਂ ਤੁਸੀਂ ਮੇਰੇ ਬਾਰੇ ਜੋ ਕੁਝ ਜਾਣਦੇ ਹੋ ਉਹ ਲਿਖ ਛਾਪੋ। ਮੇਰੇ ਦੋਸਤੋ, ਸੱਚੇ ਮਨੁੱਖ ਦੀ ਆਵਾਜ਼ ਇਸ ਤਰ੍ਹਾਂ ਹੀ ਬੁਲੰਦ ਹੁੰਦੀ ਹੈ। ਉਹ ਇੱਕ ਪਵਿੱਤਰ ਮਨੁੱਖ ਸੀ। ਦਾਨੀਲ ਦਾ ਜੀਵਨ ਵੀ ਪਵਿੱਤਰ ਸੀ। ਭਾਗ ਸੱਸਾ, ਉਹ ਆਪਣੀ ਪ੍ਰਾਰਥਨਾ ਦੇ ਪ੍ਰਤੀ ਦ੍ਰਿੜ ਸੀ। ਹੁਣ ਮੈਂ ਤੁਹਾਨੂੰ ਚੌਥੀ ਚੀਜ਼ ਦੱਸਣਾ ਚਾਹੁੰਦਾ ਹਾਂ ਕਿ ਉਹ ਆਪਣੀ ਪ੍ਰਾਰਥਨਾ ਦੇ ਪ੍ਰਤੀ ਦ੍ਰਿੜ ਸੀ। ਅਸੀਂ ਉਸ ਦੀ ਪ੍ਰਾਰਥਨਾ ਨੂੰ ਅਧਿਆਇ 2 ਅਤੇ ਅਧਿਆਇ 6 ਵਿੱਚ ਵੇਖਦੇ ਹਾਂ ਅਤੇ ਫਿਰ ਅਸੀਂ ਅਧਿਆਇ 9 ਵਿੱਚ ਪ੍ਰਾਰਥਨਾ ਕਰਦੇ ਹੋਏ ਵੇਖਦੇ ਹਾਂ। ਪੂਰੀ ਕਿਤਾਬ ਵਿੱਚ ਇਹ ਅਧਿਆਇ ਪ੍ਰਾਰਥਨਾ ਦੇ ਬਾਰੇ ਮਹਾਨ ਹੈ। ਸ਼ਾਸਤਰ ਦੱਸਦਾ ਹੈ, ਦਾਨੀਏਲ ਨੇ ਉਸ ਤਰ੍ਹਾਂ ਹੀ ਪ੍ਰਾਰਥਨਾ ਕੀਤੀ ਜਿਸ ਤਰ੍ਹਾਂ ਉਹ ਕਰਦਾ ਆ ਰਿਹਾ ਸੀ। ਇਸ ਦਾ ਅਰਥ ਹੈ ਪ੍ਰਾਰਥਨਾ ਕਰਨਾ ਉਸ ਦੀ ਆਦਤ ਸੀ। ਦਾਨੀਏਲ ਮਾਦੀ ਫਾਰਸੀ ਦੇ ਰਾਜ ਵਿੱਚ ਪ੍ਰਧਾਨ ਮੰਤਰੀ ਸੀ। ਮੈਂ ਸਮਝ ਸਕਦਾ ਹਾਂ ਕਿ ਉਸ ਦਾ ਜੀਵਨ ਬੜਾ ਵਿਅਸਤ ਸੀ। ਆਪਣੇ ਜੀਵਨ ਵਿੱਚ ਉਸ ਨੂੰ ਹਰ ਰੋਜ਼ ਭ੍ਰਸ਼ਟ ਮਨਸੂਬੇਦਾਰ ਉੱਤੇ ਨਿਗਾਹ ਰੱਖਣਾ ਪੈਂਦੀ ਸੀ। ਫਿਰ ਵੀ ਇਹ ਮਨੁੱਖ ਆਪਣੇ ਉੱਚੇ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਦਿਨ ਵਿੱਚ 3 ਵਾਰੀ ਪ੍ਰਾਰਥਨਾ ਕਰਦਾ ਸੀ। ਉਹ ਪ੍ਰਾਰਥਨਾ ਨੂੰ ਪ੍ਰਾਥਮਿਕਤਾ ਦਿੰਦਾ ਸੀ। ਦਾਨੀਏਲ ਇੱਕ ਵਿਅਸਤ ਵਿਅਕਤੀ ਸੀ, ਪਰ ਉਹ ਪ੍ਰਾਰਥਨਾ ਕਰਨ ਲਈ ਵਿਅਸਤ ਨਹੀਂ ਸੀ। ਉਸ ਦੀ ਪ੍ਰਾਰਥਨਾ ਦਾ ਜੀਵਨ ਉਸ ਦੇ ਵਿਅਕਤੀਗਤ ਵਿਸ਼ਵਾਸ ਤੇ ਆਧਾਰਿਤ ਸੀ। ਉਹ ਯਰੂਸ਼ਲਮ ਵਾਲੇ ਪਾਸੇ ਮੂੰਹ ਕਰਕੇ ਪ੍ਰਾਰਥਨਾ ਕਰਦਾ ਸੀ। ਇਸ ਲਈ ਜੋ ਪਰਮੇਸ਼ਰ ਦਾ ਵਚਨ ਦੱਸਦਾ ਹੈ, ਇਹ ਉਸ ਦੀ ਸ਼ਰਧਾ ਸੀ। ਉਹ ਗੋਡਿਆਂ ਦੇ ਭਾਰ ਝੁਕ ਕੇ ਪ੍ਰਾਰਥਨਾ ਕਰਦਾ ਸੀ। ਉਹ ਆਪਣੀ ਪ੍ਰਾਰਥਨਾ ਵਿੱਚ ਜੋ ਚਾਹੁੰਦਾ ਸੀ ਉਹ ਪਾਉਂਦਾ ਸੀ। ਉਸ ਦੀ ਪ੍ਰਾਰਥਨਾ ਮਹਿਮਾ ਨਾਲ ਭਰੀ ਹੁੰਦੀ ਸੀ। ਇੱਥੇ ਇੱਕ ਚੀਜ਼ ਹੋਰ ਹੈ ਜੋ ਨਹੀਂ ਹੋਣੀ ਚਾਹੀਦੀ। ਜਿਹੜਾ ਮਨੁੱਖ ਹਰ ਰੋਜ਼ ਯਰੂਸ਼ਲਮ ਵਾਲੇ ਪਾਸੇ ਮੂੰਹ ਕਰਕੇ ਆਰਾਧਨਾ ਪ੍ਰਾਰਥਨਾ ਕਰਦਾ ਹੈ, ਉਸ ਨੂੰ ਸ਼ੇਰਾਂ ਦੇ ਅੱਗੇ ਸੁੱਟਿਆ ਜਾਣਾ ਹੈ। ਤੁਸੀਂ ਜਾਣਦੇ ਹੋ ਉਸ ਦੀ ਪ੍ਰਾਰਥਨਾ ਦਾ ਚਰਿੱਤਰ ਕੀ ਹੈ। ਪਰਮੇਸ਼ਰ ਦੀ ਪ੍ਰਸ਼ੰਸਾ ਅਤੇ ਧੰਨਵਾਦ। ਕਿਸੇ ਨੇ ਮੈਨੂੰ ਪੁੱਛਿਆ ਕਿ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਗੋਡਿਆਂ ਦੇ ਭਾਰ ਝੁੱਕ ਕੇ ਪ੍ਰਾਰਥਨਾ ਕਰੀਏ। ਮੈਂ ਤੁਹਾਨੂੰ ਦੱਸਦਾ ਹਾਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਤਰ੍ਹਾਂ ਪ੍ਰਾਰਥਨਾ ਕਰਦੇ ਹੋ, ਪਰ ਮੈਂ ਤੁਹਾਨੂੰ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ। ਬਾਈਬਲ ਦੇ ਅੰਦਰ ਲੋਕ ਗੋਡਿਆਂ ਦੇ ਭਾਰ ਝੁੱਕ ਕੇ ਹੀ ਪ੍ਰਾਰਥਨਾ ਕਰਦੇ ਸੀ ਅਤੇ ਪ੍ਰਾਰਥਨਾ ਲਈ ਇਹ ਹੀ ਯੋਗ ਰੀਤੀ ਮੰਨੀ ਜਾਂਦੀ ਸੀ। ਤੁਸੀਂ ਜਾਣਦੇ ਹੋ ਗੋਡਿਆਂ ਦੇ ਭਾਰ ਝੁੱਕ ਕੇ ਪ੍ਰਾਰਥਨਾ ਕਰਨ ਦਾ ਕੀ ਫਾਇਦਾ ਹੈ। ਇਸ ਤਰ੍ਹਾਂ ਪ੍ਰਾਰਥਨਾ ਕਰਨਾ ਆਸਾਨ ਨਹੀਂ ਹੈ, ਪਰ ਫਾਇਦਾ ਇਹ ਹੈ ਕਿ ਤੁਹਾਨੂੰ ਨੀਂਦ ਨਹੀਂ ਆ ਸਕਦੀ। ਇਹ ਸੱਚ ਹੈ। ਦਾਨੀਏਲ ਹਰ ਰੋਜ਼ 3 ਵਾਰੀ ਗੋਡਿਆਂ ਦੇ ਭਾਰ ਪ੍ਰਾਰਥਨਾ ਕਰਦਾ ਸੀ। ਹੁਣ ਮੈਂ ਤੁਹਾਨੂੰ ਸਿਰਫ ਇੱਕ ਐਤ ਦਿੰਦਾ ਹਾਂ ਅਤੇ ਬੰਦ ਕਰਦਾ ਹਾਂ। ਪਿੱਛੇ ਜਾ ਕੇ ਪਹਿਲੇ ਅਧਿਆਇ ਵਿੱਚ ਚੱਲੋ ਕਿ ਤੁਸੀਂ ਜਾਣਦੇ ਹੋ ਦਾਨੀਏਲ ਦੇ ਜੀਵਨ ਦੀ ਕੁੰਜੀ ਕੀ ਸੀ। ਮੈਂ ਇੱਕ ਸਧਾਰਨ ਐਤ ਵਿੱਚ ਇਸ ਦਾ ਉੱਤਰ ਦੇਣ ਜਾ ਰਿਹਾ ਹਾਂ। ਇਸ ਵਿੱਚ ਬਹੁਤ ਡੂੰਘਾ ਗਿਆਨ ਹੈ, ਪਰ ਬਹੁਤ ਹੀ ਆਸਾਨ ਹੈ। ਪਹਿਲੇ ਅਧਿਆਇ ਦੀ ਆਖਰੀ ਐਤ। ਅਤੇ ਦਾਨੀਏਲ ਲਗਾਤਾਰ ਪ੍ਰਾਰਥਨਾ ਕਰਦਾ ਸੀ। ਜਦ ਉਹ 14 ਸਾਲ ਦਾ ਸੀ, ਜਦ ਉਹ 30 ਸਾਲ ਦਾ ਸੀ, ਜਦ ਉਹ 40 ਸਾਲ ਦਾ ਸੀ, ਜਦ ਉਹ ਜੀਵਨ ਦੀ ਅਧੇੜ ਉਮਰ ਵਿੱਚ ਸੀ, ਜਦ ਉਹ 60 ਸਾਲ ਦਾ ਸੀ, ਜਦ ਉਹ 80 ਸਾਲ ਦਾ ਸੀ, ਜਦ ਉਹ 90 ਸਾਲ ਵਿੱਚ ਸੀ, ਦਾਨੀਏਲ ਲਗਾਤਾਰ ਪ੍ਰਾਰਥਨਾ ਕਰਦਾ ਸੀ। ਕੀ ਤੁਸੀਂ ਸੋਚ ਸਕਦੇ ਹੋ ਕਿ ਇਹੋ ਜਿਹੇ ਮਨੁੱਖਾਂ ਵਿੱਚ ਕੀ ਚੀਜ਼ ਆ ਜਾਂਦੀ ਹੈ ਜੋ ਲਗਾਤਾਰ ਪ੍ਰਾਰਥਨਾ ਕਰਦੇ ਹਨ। ਪਰਮੇਸ਼ਰ ਦੇ ਪਿੱਛੇ ਚੱਲਣ ਦਾ ਉਤਸ਼ਾਹ ਅਤੇ ਪੱਕਾ ਇਰਾਦਾ। ਇਹ ਲੋਕ ਬੁਢਾਪੇ ਵਿੱਚ ਵੀ ਪਰਮੇਸ਼ਰ ਦੇ ਹੱਥਾਂ ਵਿੱਚ ਕੀਮਤੀ ਔਜ਼ਾਰ ਬਣ ਜਾਂਦੇ ਹਨ ਅਤੇ ਪਰਮੇਸ਼ਰ ਉਹਨਾਂ ਨੂੰ ਆਪਣੇ ਕੰਮਾਂ ਲਈ ਇਸਤੇਮਾਲ ਕਰਦਾ ਹੈ। ਮੈਂ ਵੀ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਹੀ ਹੋਣ ਦੀ ਤੀਬਰ ਇੱਛਾ ਰੱਖਦਾ ਹਾਂ। ਮੈਂ ਚਾਹੁੰਦਾ ਹਾਂ ਪਰਮੇਸ਼ਰ ਮੈਨੂੰ ਇਸ ਤਰ੍ਹਾਂ ਦਾ ਹੀ ਬਣਾ ਦੇਵੇ, ਕਿਉਂ ਜੋ ਹੁਣ ਮੈਂ ਬੁੱਢਾ ਹੋ ਰਿਹਾ ਹਾਂ ਅਤੇ ਚਾਹੁੰਦਾ ਹਾਂ ਕਿ ਪਰਮੇਸ਼ਰ ਦੀ ਨਜ਼ਰਾਂ ਵਿੱਚ ਸਹੀ ਠਹਿਰ ਸਕਾਂ। ਮੈਂ ਨਹੀਂ ਚਾਹੁੰਦਾ ਕਿ ਮੈਂ ਕ੍ਰੋਧ ਕਰਨ ਵਾਲਾ ਬਣਾ, ਕੋਈ ਮਤਭੇਦ ਪੈਦਾ ਕਰਨ ਵਾਲਾ ਬਣਾ, ਬੋਲਣ ਵਿੱਚ ਕੌੜਾ ਬਣਾ ਜਾਂ ਈਰਖਾ ਕਰਾਂ। ਅੱਜ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੀ ਹਨ ਜੋ ਮਸੀਹੀ ਵਿਸ਼ਵਾਸ ਵਿੱਚ ਹਨ। ਪਰਮੇਸ਼ਰ ਸਾਡੀ ਸਹਾਇਤਾ ਕਰੇ ਕਿ ਅਸੀਂ ਆਪਣੇ ਜੀਵਨ ਵਿੱਚ ਦਾਨੀਏਲ ਵਰਗੇ ਹੀ ਬਣ ਸਕੀਏ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਅੰਤ ਤੱਕ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਬਾਬੁਲ ਦਾ ਪਤਨ ਲਗਾਤਾਰ ਜਾਰੀ ਸੀ। ਹੁਣ ਉਹ ਆਪਣੇ ਸਭ ਤੋਂ ਨੀਵੇਂ ਸਤਰ ਵੱਲ ਜਾ ਰਿਹਾ ਸੀ। ਅੱਜ ਅਸੀਂ ਦਾਨੀਏਲ ਨਬੀ ਦੇ ਆਪਣੇ ਪਰਮੇਸ਼ਰ ਦੇ ਪ੍ਰਤੀ ਉਸਦੇ
ਦ੍ਰਿਸ਼ਟੀਕੋਣ ਨੂੰ ਜਾਣਿਆ। ਅਸੀਂ ਜਾਣਿਆ ਕਿ ਦਾਨੀਏਲ ਪਰਮੇਸ਼ਰ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸੀ। ਰਾਜੇ ਦਾ ਆਦੇਸ਼ ਹੋ ਚੁੱਕਾ ਸੀ, ਪਰ ਉਹ ਰਾਜੇ ਦੇ ਆਦੇਸ਼ ਦੇ ਦਬਾਅ ਹੇਠਾਂ ਨਹੀਂ ਆਇਆ, ਬਲਕਿ ਉਹ ਪਰਮੇਸ਼ਰ ਦੀ ਬੰਦਗੀ ਉਵੇਂ ਹੀ ਕਰਦਾ ਰਿਹਾ ਜਿਵੇਂ ਕਿ ਉਹ ਪਹਿਲਾਂ ਕਰਦਾ ਸੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਅਸੀਂ ਸਿੱਖਿਆ ਕਿ ਪਰੇਸ਼ਾਨੀਆਂ ਅਤੇ ਦਬਾਅ ਪਰਮੇਸ਼ਰ ਦੇ ਲੋਕਾਂ ਨੂੰ ਛੂ ਵੀ ਨਹੀਂ ਸਕਦੇ, ਕਿਉਂਕਿ ਬਾਈਬਲ ਬਾਣੀ ਦੱਸਦੀ ਹੈ ਕਿ ਪਰਮੇਸ਼ਰ ਸਾਡਾ ਸ਼ਰਨਸਥਾਨ ਅਤੇ ਸਾਡਾ ਬਲ ਹੈ। ਅਸੀਂ ਦਾਨੀਏਲ ਦਾ ਪਰਮੇਸ਼ਰ ਦੇ ਉੱਤੇ ਇੰਨਾ ਮਜ਼ਬੂਤ ਵਿਸ਼ਵਾਸ ਕਿਉਂ ਵੇਖਦੇ ਹਾਂ? ਅਸੀਂ ਇਸ ਦੇ ਕਾਰਨਾਂ ਨੂੰ ਦੇਖਿਆ। ਅਸੀਂ ਜਾਣਿਆ ਕਿ ਉਹ ਆਪਣੇ ਦ੍ਰਿਸ਼ਟੀਕੋਣ ਦੇ ਪ੍ਰਤੀ ਯੋਗਤਾ ਰੱਖਦਾ ਸੀ। ਉਹਦੇ ਕੋਲ ਚੰਗਾ ਆਤਮਾ ਸੀ। ਬਾਬੁਲ ਦੀ ਰਾਣੀ ਨੇ ਵੀ ਇਸ ਦੀ ਗਵਾਹੀ ਦਿੱਤੀ ਸੀ। ਅਸੀਂ ਇਹ ਵੀ ਜਾਣਿਆ ਕਿ ਦਾਨੀਏਲ ਆਪਣੇ ਕੰਮ-ਕਾਜ ਦੇ ਪ੍ਰਤੀ ਯੋਗਤਾ ਰੱਖਦਾ ਸੀ। ਉਹਦੇ ਦੁਸ਼ਮਣ ਉਸਦੇ ਕੰਮ ਦੇ ਵਿੱਚ ਕੋਈ ਵੀ ਖੋਟ ਨਾ ਲੱਭ ਸਕੇ। ਇਸ ਤੋਂ ਬਾਅਦ ਅਸੀਂ ਵੇਖਿਆ ਕਿ ਦਾਨੀਏਲ ਆਪਣੀ ਪਵਿੱਤਰਤਾ ਦੇ ਵਿੱਚ ਦ੍ਰਿੜ ਸੀ। ਬਾਈਬਲ ਬਾਣੀ ਵਿੱਚ ਅਸੀਂ ਵੇਖਦੇ ਹਾਂ ਕਿ ਉਹਦੇ ਦੁਸ਼ਮਣਾਂ ਨੂੰ ਉਹਦੇ ਉੱਤੇ ਦੋਸ਼ ਲਗਾਉਣ ਦਾ ਕੁਝ ਵੀ ਨਾ ਮਿਲਿਆ, ਕਿਉਂਕਿ ਉਹ ਵਫਾਦਾਰ ਸੀ। ਦਾਨੀਏਲ ਇੱਕ ਪਵਿੱਤਰ ਮਨੁੱਖ ਸੀ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਦਾਨੀਏਲ ਆਪਣੀ ਪ੍ਰਾਰਥਨਾ ਦੇ ਪ੍ਰਤੀ ਦ੍ਰਿੜ ਸੀ। ਅਸੀਂ ਜਾਣਿਆ ਕਿ ਪ੍ਰਾਰਥਨਾ ਕਰਨਾ ਉਹਦੀ ਇੱਕ ਆਦਤ ਸੀ। ਉਹਨੇ ਆਪਣੀ ਪ੍ਰਾਰਥਨਾ ਨੂੰ ਉਸੇ ਤਰ੍ਹਾਂ ਹੀ ਕਰਨਾ ਜਾਰੀ ਰੱਖਿਆ ਜਿਵੇਂ ਕਿ ਉਹ ਪਹਿਲੇ ਕਰਦੇ ਆ ਰਹੇ ਸੀ। ਉਸ ਦੀ ਪ੍ਰਾਰਥਨਾ ਪਰਮੇਸ਼ਰ ਦੀ ਮਹਿਮਾ ਨਾਲ ਭਰੀ ਹੋਈ ਹੁੰਦੀ ਸੀ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਦਾਨੀਏਲ ਨਬੀ ਦੀ ਜੀਵਨੀ ਤੋਂ ਤੁਹਾਨੂੰ ਸਭਨਾਂ ਨੂੰ ਬਹੁਤ ਆਸ਼ੀਸ਼ ਮਿਲੀ ਹੋਏਗੀ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ, ਅੱਜ ਦੇ ਇਸ ਮੌਕੇ ਵਾਸਤੇ ਪ੍ਰਭੂ, ਕਿ ਤੁਸੀਂ ਸਾਨੂੰ ਆਪਣੇ ਵਚਨ ਦੇ ਦੁਆਰਾ ਬਰਕਤ ਦਿੱਤੀ ਔਰ ਸਾਨੂੰ ਪ੍ਰਾਰਥਨਾ ਦੇ ਵਿਸ਼ੇ 'ਚ ਸਮਝਾਇਆ। ਪਿਤਾ ਪਰਮੇਸ਼ਰ, ਤੁਸੀਂ ਸਾਨੂੰ ਦੱਸਿਆ ਕਿ ਸਾਡਾ ਅਟੂਟ ਵਿਸ਼ਵਾਸ ਦਾਨੀਏਲ ਵਾਂਗਾ ਹੋਣਾ ਚਾਹੀਦਾ ਔਰ ਹਰ ਇੱਕ ਬਾਰੀ ਪਰਿਸਥਿਤੀ ਜਿਹੜੀ ਸਾਨੂੰ ਤੁਹਾਡੇ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕਰਦੀ ਹੈ, ਉਸ ਦੇ ਪ੍ਰਤੀ ਪਿਤਾ ਪਰਮੇਸ਼ਵਰ ਸਾਨੂੰ ਇਨਕਾਰ ਕਰਨਾ ਚਾਹੀਦਾ ਹੈ। ਦਾਨੀਏਲ ਨੇ ਪਿਤਾ ਪਰਮੇਸ਼ਵਰ, ਜਦ ਰਾਜੇ ਦਾ ਹੁਕਮ ਹੋ ਗਿਆ ਸੀਗਾ ਕਿ ਕੋਈ ਵੀ ਆਪਣੇ ਪਰਮੇਸ਼ਰ ਦੀ ਪੂਜਾ ਨਹੀਂ ਕਰੇਗਾ, ਉਹਦੀ ਆਰਾਧਨਾ ਨਹੀਂ ਕਰੇਗਾ, ਸਿਰਫ ਉਹਨਾਂ ਦੀ ਮੂਰਤੀ ਦੀ ਪੂਜਾ ਕਰੇਗਾ, ਉਹਦੇ ਬਾਵਜੂਦ ਪਿਤਾ ਪਰਮੇਸ਼ਰ ਨੇ ਆਪਣੇ ਪਰਮੇਸ਼ਰ ਦੇ ਪ੍ਰਤੀ 3 ਸਮੇਂ ਦੀ ਪ੍ਰਾਰਥਨਾ ਨੂੰ ਕਰਨਾ ਜਾਰੀ ਰੱਖਿਆ। ਅਸੀਂ ਜਾਣਿਆ ਪਿਤਾ ਪਰਮੇਸ਼ਰ ਕਿ परिस्थिति कोई भी क्यों ना आए, अगर असी तुहाडे उत्ते पूरी तरह निर्भर हो प्रभु, तुसी सानू उच्चा चुक दिओ और अपने लोकां नू तरक्की बख्श दिओ, उन्हां दे उत्ते आशीष दी बारिश कर दिओ और उन्हां नू हर एक मुसीबत तो बाहर कढ दिओ। धन्नवाद करदे पिता परमेश्वर एक अच्छी आशीष और बरकत देण दे लई। अज दे वचन दे अनुसार पिता परमेश्वर तू साडे जीवनां दे विच काम करो, साडी जरूरतां नू असीं तुहाडे चरनां विच रख दिंदे हां। यसु नासरी जी दे नाम च इस प्रार्थना नू मंगदे हां, आमीन। जय मसीह दी। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।